ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਛੜਿਆ। ਜਦੋਂ ਜਦੋਂ ਵੀ ਸੰਸਾਰ ਦੇ ਅੰਦਰ ਰਾਜੇ ਮਹਾਰਾਜੇ ਜ਼ੁਲਮੀ ਹੋ ਜਾਂਦੇ ਨੇ, ਤਦੋਂ ਤਦੋਂ ਇਹ ਸੰਸਾਰ ਦੇ ਅੰਦਰ ਉਸ ਜ਼ੁਲਮ ਦੇ ਵਗਦੇ ਝੱਖੜ ਨੂੰ ਠੱਲ ਪਾਉਣ ਵਾਸਤੇ ਪਰਮਾਤਮਾ ਵਾਹਿਗੁਰੂ ਕੋਈ ਨਾ ਕੋਈ ਐਸੇ ਮਹਾਨ ਮਹਾਂਪੁਰਸ਼ ਨੂੰ ਦੁਨੀਆ ਦੇ ਅੰਦਰ ਭੇਜਦਾ ਹੈ, ਜੋ ਜ਼ੁਲਮ ਦੇ ਵਗਦੇ ਝੱਖੜਾਂ ਨੂੰ ਠੱਲ ਪਾਉਣ ਦੇ ਵਿੱਚ ਸਮਰੱਥ ਹੁੰਦਾ ਹੈ। ਤੇ ਜਦੋਂ ਐਸੀ ਵਿਚਾਰ ਆਪਾਂ ਕਰਦੇ ਹਾਂ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਸਾਡਾ ਧਿਆਨ ਜਾਂਦਾ ਹੈ। ਸਮਾਂ ਉਹ ਸੀ ਜਦੋਂ ਔਰੰਗਜ਼ੇਬ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਕਿਵੇਂ ਆਪਣੇ ਭਰਾਵਾਂ ਨੂੰ ਮਾਰ ਕੇ ਆਪਣੇ ਬਾਪ ਸ਼ਾਹਜਹਾਂ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ, ਔਰ ਕੈਦ ਕਰਨ ਤੋਂ ਉਪਰੰਤ ਜਿਹੜੀ ਇਹਦੇ ਸਾਥ ਦਿੰਦੀ ਸੀ ਇਹਦੀ ਭੈਣ, ਉਹਨੂੰ ਵੀ ਮਿੱਠੀ ਜ਼ਹਿਰ ਦੇ ਕੇ ਇਹਨੇ ਖਤਮ ਕਰ ਦਿੱਤਾ। ਆਪਣਿਆਂ ਦੇ ਵੱਲੋਂ ਵਿਹਲਿਆਂ ਹੋ ਕੇ ਹੁਣ ਔਰੰਗਜ਼ੇਬ ਨੇ ਸੋਚਿਆ, ਸਾਰੀ ਦੁਨੀਆ ਦੇ ਅੰਦਰ ਮੈਂ ਕੇਵਲ ਤੇ ਕੇਵਲ ਇਸਲਾਮ ਧਰਮ ਰਹਿਣ ਦੇਣਾ, ਬਾਕੀ ਕੋਈ ਧਰਮ ਰਹਿਣ ਨਹੀਂ ਦੇਣਾ। ਆਪਣੇ ਅਹਿਲਕਾਰਾਂ ਨੂੰ, ਸੂਬੇਦਾਰਾਂ ਨੂੰ ਇਕੱਠੇ ਕਰਕੇ ਹੁਕਮ ਕੀਤਾ ਕਿ ਜਿੰਨੇ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਮੰਦਰ ਨੇ, ਸਾਰਿਆਂ ਨੂੰ ਖਤਮ ਕਰ ਦਿੱਤਾ ਜਾਵੇ, ਢਹਿ ਢੇਰੀ ਕਰ ਦਿੱਤਾ ਜਾਵੇ, ਔਰ ਉਹਨਾਂ ਦੀ ਥਾਂ ਦੇ ਉੱਤੇ ਮਸਜਿਦਾਂ ਬਣਾਈਆਂ ਜਾਣ, ਔਰ ਹਿੰਦੂ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਮੁਸਲਮਾਨ ਬਣਾਇਆ ਜਾਵੇ, ਔਰ ਲਾਲਚ ਦੇ ਕੇ ਮੁਸਲਮਾਨ ਬਣਾਇਆ ਜਾਵੇ, ਨਹੀਂ ਬਣਦੇ ਡਰਾ ਧਮਕਾ ਕੇ ਬਣਾਇਆ ਜਾਵੇ। ਅਗਰ ਜਿਹੜਾ ਡਰਾਵੇ ਧਮਕਾਵੇ ਦੇ ਨਾਲ ਵੀ ਮੁਸਲਮਾਨ ਨਹੀਂ ਬਣਦਾ, ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਜ਼ੁਲਮ ਦੀ ਇੰਤਹਾ ਹੋ ਗਈ, ਔਰ ਉਸ ਵੇਲੇ ਔਰੰਗਜ਼ੇਬ ਨੇ ਜਿਹੜੇ ਚੁਣੇ ਹੋਏ ਸੂਬੇਦਾਰ ਸੀ, ਸਾਰਿਆਂ ਨੂੰ ਹੁਕਮ ਕੀਤਾ ਵੀ ਤੁਹਾਨੂੰ ਜਿੰਨੇ ਵੀ ਕਤਲ ਕਰੋ ਮਾਫ ਨੇ, ਔਰ ਧਰਮ ਦੇ ਵਿੱਚ, ਇਸਲਾਮ ਦੇ ਵਿੱਚ ਹਰ ਬੰਦੇ ਨੂੰ ਜਿਹੜਾ ਉਹ ਲਿਆਂਦਾ ਜਾਵੇ। ਹੁਣ ਉਹਨਾਂ ਦੇ ਵਿੱਚੋਂ ਚੁਣਿਆ ਗਿਆ ਵਿਸ਼ੇਸ਼ ਤੌਰ ਤੇ ਸਥਾਨ ਕਸ਼ਮੀਰ ਦਾ। ਕਸ਼ਮੀਰ ਨੂੰ ਕਿਉਂ ਚੁਣਿਆ ਗਿਆ? ਕਿਉਂਕਿ ਉੱਥੇ ਬਹੁਤ ਸਾਰੇ ਵਿਦਵਾਨ ਪੰਡਤ ਜਿਹੜੇ ਸਨ ਉਹ ਰਿਹਾ ਕਰਦੇ ਸਨ। ਬੜੇ ਬੜੇ ਵੱਡੇ ਮੰਦਰ ਜਿਵੇਂ ਅਮਰਨਾਥ ਦੀ ਯਾਤਰਾ ਜਾਂ ਹੋਰ ਇਹੋ ਜਿਹੀਆਂ ਥਾਵਾਂ ਸਨ, ਉੱਥੇ ਬੜੇ ਵਿਦਵਾਨ ਪੰਡਤ ਰਹਿੰਦੇ ਸਨ। ਇੱਕ ਵਿਚਾਰ ਸੀ, ਅਗਰ ਜੇ ਵਿਦਵਾਨ ਪੰਡਤ ਜਿਹੜੇ ਨੇ ਉਹ ਮੁਸਲਮਾਨ ਬਣਾਉਣ ਦੇ ਵਿੱਚ ਉਹਨਾਂ ਨੂੰ ਅਸੀਂ ਕਾਮਯਾਬ ਹੋ ਗਏ, ਬਾਕੀ ਦੇ ਅਨਪੜ੍ਹ ਲੋਕ, ਇਹਨਾਂ ਦੇ ਪਿੱਛੇ ਚੱਲਣ ਵਾਲੇ ਲੋਕ ਆਪਣੇ ਆਪ ਅਨਪੜ੍ਹ ਜਿਹੜੇ ਲੋਕ ਨੇ ਉਹ ਆਪਣੇ ਆਪ ਹੀ ਮੁਸਲਮਾਨ ਬਣ ਜਾਣਗੇ। ਇਸ ਕਰਕੇ ਹਰ ਥਾਂ ਦੇ ਉੱਤੇ ਇਹ ਯਤਨ ਕੀਤਾ ਜਾਂਦਾ ਕਿ ਮੁਸਲਮਾਨ ਜਿਵੇਂ ਕਿਵੇਂ ਵੀ ਹੋ ਸਕੇ ਇਹਨਾਂ ਲੋਕਾਂ ਨੂੰ ਬਣਾਇਆ ਜਾਵੇ। ਤੇ ਕਸ਼ਮੀਰ ਦੇ ਵਿੱਚ ਸ਼ੇਰ ਅਫਗਾਨ ਦੀ ਡਿਊਟੀ ਲਗਾਈ ਗਈ ਕਿ ਤੂੰ ਇਹਨਾਂ ਆਗੂ ਪੰਡਤਾਂ ਨੂੰ ਇਕੱਠੇ ਕਰਕੇ ਇਸਲਾਮ ਧਰਮ ਦੇ ਵਿੱਚ ਲਿਆ, ਤੇ ਬਾਕੀ ਦੇ ਲੋਕ ਜਿਹੜੇ ਨੇ ਉਹ ਆਪਣੇ ਆਪ ਹੀ ਇਸਲਾਮ ਧਰਮ ਵਿੱਚ ਆ ਜਾਣਗੇ। ਜਦੋਂ ਸ਼ੇਰ ਅਫਗਾਨ ਕਸ਼ਮੀਰ ਦੀ ਧਰਤੀ ਤੇ ਪਹੁੰਚਿਆ, ਸਾਰੇ ਪੰਡਤਾਂ ਨੂੰ ਇਕੱਠੇ ਕੀਤਾ, ਇਕੱਠੇ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੁਸਲਮਾਨ ਬਣ ਜਾਵੋ, ਇਸਲਾਮ ਧਰਮ ਕਬੂਲ ਕਰ ਲਵੋ,
ਤੁਹਾਨੂੰ ਆਮ ਲੋਕਾਂ ਤੋਂ ਵਧੇਰੇ ਸਹੂਲਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ। ਕਈ ਪ੍ਰਕਾਰ ਦੇ ਲਾਲਚ ਦਿੱਤੇ ਗਏ, ਪਰ ਉਹਨਾਂ ਦੇ ਸਰੀਰ ਕੰਬ ਗਏ। ਕਹਿਣ ਲੱਗਾ, ਜੇ ਅਗਰ ਤੁਸੀਂ ਨਹੀਂ ਮੰਨੋਗੇ ਤੇ ਤੁਹਾਨੂੰ ਬਹੁਤ ਵੱਡੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਔਰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਤੁਹਾਡੇ ਜਿੰਨੀ ਵੀ ਜ਼ਮੀਨ ਜਾਇਦਾਦ ਤੇ ਸਾਰੀ ਜ਼ਬਤ ਕਰ ਲਈ ਜਾਏਗੀ। ਸਰੀਰ ਕੰਬ ਗਿਆ ਔਰ ਕਹਿਣ ਲੱਗੇ, ਇਹ ਪੰਡਤ ਕਹਿਣ ਲੱਗੇ, ਐ ਸੂਬੇਦਾਰ ਜੀ, ਸਾਨੂੰ ਤਕਰੀਬਨ 6 ਮਹੀਨੇ ਦਾ ਸਮਾਂ ਦਿੱਤਾ ਜਾਵੇ, ਤਾਂ ਜੋ 6 ਮਹੀਨਿਆਂ ਦੇ ਬਾਅਦ ਅਸੀਂ ਤੁਹਾਨੂੰ ਆਪਣੇ ਆਪ ਦੱਸ ਦੇਵਾਂਗੇ। ਸਾਨੂੰ ਵਿਚਾਰਨ ਦਾ ਸਮਾਂ ਦਿੱਤਾ ਜਾਵੇ, ਔਰ ਨਾ ਸਾਡੇ ਕੋਲੋਂ ਕੋਈ ਵੀ ਹੀਲਾ ਹੋਇਆ ਤੇ ਅਸੀਂ ਆਪਣੇ ਆਪ ਨੂੰ ਤੁਹਾਡੇ ਅੱਗੇ ਸਮਰਪਿਤ ਕਰ ਦੇਵਾਂਗੇ, ਅਸੀਂ ਮੁਸਲਮਾਨ ਬਣ ਜਾਵਾਂਗੇ। ਸ਼ੇਰ ਅਫਗਾਨ ਖਾਨ ਨੇ ਸੋਚਿਆ, ਅਗਰ ਜੇ ਇਹ ਇਸ ਤਰ੍ਹਾਂ ਆਗੂ ਸਾਰੇ ਮੁਸਲਮਾਨ ਬਣ ਜਾਣ, ਆਮ ਲੋਕ ਤਾਂ ਬੜੇ ਸੌਖੇ ਨੇ ਮੁਸਲਮਾਨ ਬਣਾਉਣੇ, ਇਸ ਕਰਕੇ ਇਹਨਾਂ ਨੂੰ ਸਮਾਂ ਦਿੱਤਾ ਜਾਵੇ। ਸਮਾਂ ਦਿੱਤਾ ਗਿਆ। ਬੜੇ ਤੀਰਥਾਂ ਤੇ ਭਰਮਣ ਕੀਤਾ ਇਹਨਾਂ ਪੰਡਤਾਂ ਨੇ, ਯਤਨ ਕੀਤਾ ਗਿਆ, ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ, ਜੋਦੜੀਆਂ ਕੀਤੀਆਂ ਗਈਆਂ, ਕੋਈ ਦੇਵਤਾ ਸਾਡੀ ਦੇਵੀ ਦੇਵਤਾ ਸਾਡੇ ਧਰਮ ਨੂੰ ਬਚਾਵੇ। ਹਰ ਥਾਂ ਦੇ ਉੱਤੇ ਮੰਦਰਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ। ਇਤਿਹਾਸ ਦੇ ਅੰਦਰ ਜ਼ਿਕਰ ਹੈ ਕਿ ਇਹ ਵਿਦਵਾਨ ਪੰਡਤ ਬੜੇ ਸਮਝਦਾਰ, ਸੂਝਵਾਨ, ਅਮਰਨਾਥ ਦੀ ਗੁਫਾ ਦੇ ਵਿੱਚ ਜਾ ਕੇ ਇਹਨਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ, ਰੋਏ ਕੁਰਲਾਏ, ਕੋਈ ਦੇਵੀ ਦੇਵਤਾ ਬੋੜਿਆ ਨਾ। ਔਰ ਇਹਨਾਂ ਦਾ ਆਗੂ ਪੰਡਤ ਕਿਰਪਾ ਰਾਮ ਜੀ ਬੜੀ ਸੂਝ-ਬੂਝ ਰੱਖਣ ਵਾਲੇ ਪੰਡਤ ਸਨ। ਔਰ ਕਹਿੰਦੇ ਨੇ ਕਿ ਰਾਤ ਨੂੰ ਸੁੱਤਿਆਂ ਪਿਆ ਇਹਨਾਂ ਨੂੰ ਖਿਆਲ ਆਇਆ, ਸੁਪਨਾ ਆਇਆ। ਸੁਪਨੇ ਦੇ ਵਿੱਚ ਆਵਾਜ਼ ਆਈ, ਇਸ ਵੇਲੇ ਜੇ ਤੁਹਾਡੇ ਧਰਮ ਦੀ ਕੋਈ ਰੱਖਿਆ ਕਰ ਸਕਦਾ ਹੈ, ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਹੈ, 9ਵੇਂ ਪਾਤਸ਼ਾਹ ਜਿਹੜੇ ਹੈ ਉਹ ਤੁਹਾਡੇ ਧਰਮ ਦੀ ਰਾਖੀ ਕਰ ਸਕਦੇ ਨੇ। ਹੋਰ ਕੋਈ ਵੀ ਤਾਕਤ ਜਿਹੜੀ ਹੈ ਤੁਹਾਡੇ ਧਰਮ ਦੀ ਰਾਖੀ ਨਹੀਂ ਕਰ ਸਕਦੀ। ਇਹਨਾਂ ਪੰਡਤਾਂ ਦਾ ਇੱਕ ਜਥਾ ਬਣ ਕੇ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ, ਤਕਰੀਬਨ 16 ਪੰਡਤਾਂ ਦਾ ਜਥਾ ਬਣ ਕੇ ਜਿਹੜਾ ਸੀ ਉਹਨਾਂ ਨੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਔਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਪਹੁੰਚੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਗੁਰਗੱਦੀ ਤੇ ਬਿਰਾਜਮਾਨ ਨੇ। ਸਿੱਖ ਸੰਗਤਾਂ ਬੈਠੀਆਂ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ। ਦੀਵਾਨ ਦੀ ਸਮਾਪਤੀ ਹੋਈ। ਇਹ ਪੰਡਤ ਜਿਹੜੇ ਸੀ ਗਲ ਦੇ ਵਿੱਚ ਪੱਲਾ ਪਾਇਆ, ਅੱਖਾਂ ਦੇ ਵਿੱਚ ਅਥਰੂ ਭਰੇ ਹੋਏ ਨੇ। ਸਤਿਗੁਰਾਂ ਦੇ ਸਨਮੁਖ ਹੋ ਕੇ ਬੇਨਤੀ ਕੀਤੀ, ਰੋ ਰੋ ਕੇ ਕੁਰਲਾਏ, ਸੱਚੇ ਪਾਤਸ਼ਾਹ ਅਸੀਂ ਹਰ ਮੰਦਰ ਦੇ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਨੇ, ਦੇਵੀ ਦੇਵਤਿਆਂ ਦੇ ਅੱਗੇ ਪੁਕਾਰਾਂ ਕੀਤੀਆਂ ਨੇ ਆਪਣੇ ਧਰਮ ਨੂੰ ਬਚਾਉਣ ਵਾਸਤੇ। ਸਾਡਾ ਧਰਮ ਖਤਰੇ ਦੇ ਵਿੱਚ ਹੈ। ਔਰੰਗਜ਼ੇਬ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਕੋਈ ਵੀ ਧਰਮ ਦਾ ਮਨੁੱਖ ਜਿਹੜਾ ਹੈ, ਕਿਸੇ ਵੀ ਧਰਮ ਦਾ, ਇਸਲਾਮ ਧਰਮ ਦੇ ਵਿੱਚ ਆਉਣਾ ਚਾਹੀਦਾ ਹੈ। ਔਰ ਅੱਜ ਸਾਡੇ ਤਿਲਕ ਔਰ ਜਨੇਊ ਨੂੰ ਖਤਰਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡਾ ਧਰਮ ਬਚਾਓ। ਇਹ ਲੋਕ ਰੋ ਰਹੇ ਸਨ। ਸਤਿਗੁਰੂ ਜੀ ਇਹਨਾਂ ਦੀਆਂ ਫਰਿਆਦਾਂ ਸੁਣ ਰਹੇ ਸਨ। ਗੁਰਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਸਤਿਗੁਰੂ ਦਾ ਸੁਭਾਅ ਹੀ ਐਸਾ ਹੈ, ਜੋ ਸ਼ਰਨ ਵਿੱਚ ਆ ਜਾਂਦਾ ਹੈ, ਦੁਖੀ ਆ ਜਾਂਦਾ ਹੈ, ਉਹਦੇ ਦੁੱਖ ਦੂਰ ਕਰਦਾ ਹੈ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਬੇਨਤੀਆਂ ਕਰ ਰਹੇ ਸਨ ਰੋ ਰੋ ਕੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਧਰਮ ਨੂੰ ਬਚਾਓ। ਔਰ ਸਤਿਗੁਰੂ ਬੈਠੇ ਸੋਚ ਰਹੇ ਸਨ। ਇਤਨੇ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਗੋਦ ਦੇ ਵਿੱਚ ਆਣ ਕਰਕੇ ਬੈਠ ਗਏ। ਕਦੇ
ਸਾਹਿਬਜ਼ਾਦੇ ਕਦੇ ਸਤਿਗੁਰਾਂ ਦੇ ਚਿਹਰੇ ਵੱਲੇ ਤੱਕਦੇ ਨੇ ਔਰ ਕਦੇ ਉਹਨਾਂ ਪੰਡਤਾਂ ਦੇ ਚਿਹਰੇ ਵੱਲੇ ਤੱਕਦੇ ਨੇ ਤੇ ਸਤਿਗੁਰਾਂ ਦੇ ਨਾਲ ਸਵਾਲ ਕੀਤਾ। ਕਹਿਣ ਲੱਗੇ, ਪਿਤਾ ਜੀ ਇਹ ਕੌਣ ਲੋਕ ਨੇ, ਇਹ ਕਿਉਂ ਆਏ ਨੇ, ਇਹ ਰੋ ਕਿਉਂ ਰਹੇ ਨੇ? ਸਤਿਗੁਰਾਂ ਨੇ ਜਵਾਬ ਦਿੱਤਾ, ਬੇਟਾ ਇਹ ਕਸ਼ਮੀਰ ਤੋਂ ਆਏ ਹੋਏ ਇਹ ਲੋਕ ਨੇ, ਹਿੰਦੂ ਲੋਕ ਨੇ, ਇਹਨਾਂ ਦਾ ਧਰਮ ਜਿਹੜਾ ਹੈ ਉਹ ਖਤਰੇ ਦੇ ਵਿੱਚ ਹੈ। ਸਮੇਂ ਦੀਆਂ ਸਰਕਾਰਾਂ ਨੇ, ਔਰੰਗਜ਼ੇਬ ਨੇ ਕਹਿ ਦਿੱਤਾ ਕਿ ਇਹਨਾਂ ਦੇ ਧਰਮ ਦੇ ਵਿੱਚੋਂ ਇਹ ਇਸਲਾਮ ਧਰਮ ਨੂੰ ਕਬੂਲ ਕਰ ਲੈਣ ਔਰ ਇਹਨਾਂ ਦੀ ਜਾਨ ਬਖਸ਼ੀ ਜਾ ਸਕਦੀ ਹੈ, ਨਹੀਂ ਤਾਂ ਇਹਨਾਂ ਦਾ ਧਰਮ ਜਿਹੜਾ ਖਤਰੇ 'ਤੇ, ਇਹਨਾਂ ਦੀ ਜਾਨ ਖਤਰੇ 'ਤੇ। ਕਹਿਣ ਲੱਗੇ ਗਰੀਬ ਨਿਵਾਜ ਸਤਿਗੁਰੂ ਜੀ, ਪਿਤਾ ਜੀ ਇਹਨਾਂ ਦਾ ਧਰਮ ਜਿਹੜਾ ਉਹ ਬਚ ਕਿਵੇਂ ਸਕਦਾ ਹੈ? ਸਤਿਗੁਰੂ ਜੀ ਕਹਿਣ ਲੱਗੇ, ਕੋਈ ਮਹਾ ਤਪੱਸਵੀ ਹੋਵੇ, ਮਹਾਂਪੁਰਖ ਹੋਵੇ, ਉਹਦੀ ਕੁਰਬਾਨੀ ਹੋਵੇਗੀ, ਇਹਨਾਂ ਦਾ ਧਰਮ ਜਿਹੜਾ ਹੈ ਉਹ ਬਚ ਸਕਦਾ ਹੈ। ਗੰਭੀਰਤਾ ਦੇ ਵਿੱਚ ਸਤਿਗੁਰੂ ਜੀ ਬੈਠੇ ਸਨ। ਗੋਬਿੰਦ ਰਾਏ ਜੀ ਨੇ ਕਹਿ ਦਿੱਤਾ, ਕਹਿਣ ਲੱਗੇ, ਐ ਗੁਰੂ ਪਿਤਾ ਜੀ, ਸਤਿਗੁਰੂ ਜੀ, ਪਿਤਾ ਜੀ ਤੁਹਾਡੇ ਤੋਂ ਵੱਧ ਇਸ ਸੰਸਾਰ ਦੇ ਅੰਦਰ ਕਿਹੜਾ ਤਪਸਵੀ ਹੋ ਸਕਦਾ ਹੈ, ਕਿਹੜਾ ਮਹਾਂਪੁਰਖ ਹੋ ਸਕਦਾ ਹੈ ਜੋ ਕੁਰਬਾਨੀ ਦੇ ਕੇ ਇਹਨਾਂ ਦਾ ਧਰਮ ਬਚਦਾ ਹੈ ਤੇ ਬਚਾਉਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਬੇਟਾ ਕੁਰਬਾਨੀ ਤੋਂ ਭਾਵ ਹੁੰਦਾ ਹੈ ਕਿ ਅਸੀਂ ਇਹਨਾਂ ਤੋਂ ਕੁਰਬਾਨ ਹੋਵਾਂਗੇ ਔਰ ਇਹਨਾਂ ਦਾ ਧਰਮ ਬਚੇਗਾ, ਔਰ ਜੇ ਅਸੀਂ ਕੁਰਬਾਨ ਹੋਵਾਂਗੇ ਤੇ ਤੂੰ ਅਨਾਥ ਹੋ ਜਾਵੇਂਗਾ। ਗੋਬਿੰਦ ਰਾਏ ਜੀ ਕਹਿਣ ਲੱਗੇ, ਜੇ ਗੁਰੂ ਪਿਤਾ ਜੀ ਜੇ ਮੈਂ ਅਨਾਥ ਹੋ ਜਾਵਾਂਗੇ, ਇਹਨਾਂ ਦੇ ਹਜ਼ਾਰਾਂ ਬੱਚੇ ਅਨਾਥ ਹੋਣ ਤੋਂ ਬਚ ਜਾਣਗੇ, ਸੌਦਾ ਮਹਿੰਗਾ ਨਹੀਂ ਹੈ। ਸਤਿਗੁਰਾਂ ਨੇ ਦੂਜਾ ਸਵਾਲ ਕੀਤਾ, ਬੇਟੇ ਤੇਰੀ ਮਾਂ ਵਿਧਵਾ ਹੋ ਜਾਵੇਗੀ ਮੇਰੇ ਜਾਣ ਦੇ ਨਾਲ, ਮੇਰੇ ਕੁਰਬਾਨ ਹੋਣ ਦੇ ਨਾਲ। ਤੇ ਗੋਬਿੰਦ ਰਾਏ ਜੀ ਕਹਿਣ ਲੱਗੇ, ਜੇ ਮੇਰੀ ਇੱਕ ਮਾਂ ਵਿਧਵਾ ਹੁੰਦੀ ਹੈ, ਹਜ਼ਾਰਾਂ ਉਹ ਔਰਤਾਂ ਵਿਧਵਾ ਹੋਣ ਤੋਂ ਬਚ ਜਾਣਗੀਆਂ। ਤੇ ਪਿਤਾ ਜੀ ਇਹਨਾਂ ਵਾਸਤੇ ਕੁਰਬਾਨੀ ਦੇਣੀ ਚਾਹੀਦੀ ਹੈ, ਇਹਨਾਂ ਦੇ ਧਰਮ ਨੂੰ ਬਚਾਉਣਾ ਚਾਹੀਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ, ਪੁੱਤਰਾ ਜਿਸ ਦਾ ਏਡਾ ਸੂਝਵਾਨ ਪੁੱਤਰ ਹੋਵੇ ਉਹਨੂੰ ਕਾਹਦੀ ਚਿੰਤਾ, ਕਾਹਦਾ ਝੋਰਾ। ਹੁਣ ਮੈਂ ਸਮਝ ਗਿਆ ਕਿ ਤੂੰ ਸੰਗਤ ਦੀ ਵਾਗਡੋਰ ਜਿਹੜੀ ਹੈ ਉਹ ਤੂੰ ਸੰਭਾਲ ਸਕਦਾ ਮੇਰੇ ਜਾਣ ਤੋਂ ਬਾਅਦ। ਹੁਣ ਮੈਨੂੰ ਕੋਈ ਚਿੰਤਾ ਨਹੀਂ ਹੈ, ਮੈਂ ਇਹਨਾਂ ਵਾਸਤੇ ਕੁਰਬਾਨ ਹੋਵਾਂਗਾ। ਸਤਿਗੁਰਾਂ ਨੇ ਉਹਨਾਂ ਪੰਡਤਾਂ ਨੂੰ ਕਹਿ ਦਿੱਤਾ, ਪੰਡਤ ਜੀ ਤੁਸੀਂ ਜਾਓ, ਸ਼ੇਰ ਅਫਗਾਨ ਨੂੰ ਕਹਿ ਦਿਓ, ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡੇ ਆਗੂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੂੰ ਜਾ ਕੇ ਕਹਿ ਦਿਓ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੇ ਤੁਸੀਂ ਮੁਸਲਮਾਨ ਬਣਾ ਲਵੋ ਨਾ, ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਹੁਣ ਜਦੋਂ ਇਹ ਪੰਡਤਾਂ ਨੂੰ ਇਹ ਸਤਿਗੁਰਾਂ ਨੇ ਗੱਲ ਕਹੀ, ਇਹਨਾਂ ਨੂੰ ਹੌਸਲਾ ਹੋਇਆ ਔਰ ਵਾਪਸ ਗਏ ਕਸ਼ਮੀਰ ਦੇ ਵਿੱਚ। 6 ਮਹੀਨਿਆਂ ਦਾ ਸਮਾਂ ਵੀ ਬਤੀਤ ਹੋ ਚੁੱਕਾ ਸੀ ਔਰ ਇਹਨਾਂ ਪੰਡਤਾਂ ਨੇ ਸ਼ੇਰ ਅਫਗਾਨ ਨੂੰ ਜਾ ਕੇ ਕਿਹਾ, ਐ ਸੂਬੇਦਾਰ ਜੀ, ਅਗਰ ਤੁਸੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੋ ਆਨੰਦਪੁਰ ਸਾਹਿਬ ਦੇ ਵਾਸੀ ਸਤਿਗੁਰੂ ਨੇ ਸਾਡੇ, ਉਹਨਾਂ ਨੂੰ ਮੁਸਲਮਾਨ ਬਣਾ ਲਵੋ, ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਅਸੀਂ ਆਪਣੇ ਆਪ ਆਪਣਾ ਧਰਮ ਨਹੀਂ ਛੱਡਾਂਗੇ, ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਔਰ ਜਾਓ ਤੁਸੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੁਹਾਡੇ ਧਰਮ ਵਿੱਚ ਆਉਂਦਾ ਹੈ, ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਸ਼ੇਰ ਅਫਗਾਨ ਨੇ ਔਰੰਗਜ਼ੇਬ ਨੂੰ ਇਹ ਗੱਲ ਪਹੁੰਚਾਉਣੀ ਕੀਤੀ। ਉਹਨਾਂ ਦਿਨਾਂ ਦੇ ਵਿੱਚ
ਔਰੰਗਜ਼ੇਬ ਹਸਨ ਅਬਦਾਲ ਆਇਆ ਹੋਇਆ ਸੀ, ਜਿਹਨੂੰ ਆਪਾਂ ਅੱਜ ਪੰਜਾ ਸਾਹਿਬ ਕਹਿੰਦੇ ਆ, ਜੋ ਪਾਕਿਸਤਾਨ ਦੀ ਧਰਤੀ ਤੇ ਹੈ। ਔਰ ਵਿਚਾਰਾਂ ਹੋਈਆਂ। ਔਰੰਗਜ਼ੇਬ ਨੇ ਵੀ ਇਹ ਸੋਚਿਆ, ਕਹਿਣ ਲੱਗਾ ਸ਼ੇਰ ਅਫਗਾਨ, ਅਗਰ ਜੇ ਤੇਗ ਬਹਾਦਰ ਸਿੱਖਾਂ ਦਾ ਗੁਰੂ ਮੁਸਲਮਾਨ ਬਣ ਗਿਆ, ਉਹਨੂੰ ਗ੍ਰਿਫਤਾਰ ਕਰੋ। ਮੁਸਲਮਾਨ ਬਣ ਗਿਆ, ਸਾਰਾ ਹਿੰਦੁਸਤਾਨ ਜਿਹੜਾ ਹੈ ਉਹ ਮੁਸਲਮਾਨ ਬਣ ਜਾਵੇਗਾ, ਬੜਾ ਸੌਖਾ ਕੰਮ ਹੋ ਜਾਏਗਾ। ਤੁਸੀਂ ਜਾ ਕੇ ਤੇਗ ਬਹਾਦਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਵਿੱਚ ਲਿਜਾਂਦਾ ਜਾਵੇ। ਇਧਰ ਗ੍ਰਿਫਤਾਰੀ ਦੀਆਂ ਸਲਾਹਾਂ ਹੋ ਰਹੀਆਂ ਨੇ ਤੇ ਉਧਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਨੂੰ ਜਾਣ ਦੀ ਆਪ ਤਿਆਰੀ ਕਰ ਰਹੇ ਨੇ। ਔਰ ਸਿੱਖ ਸੰਗਤਾਂ ਨੂੰ ਬੁਲਾ ਕੇ ਸੰਬੋਧਨ ਕੀਤਾ ਕਿ ਭਾਈ ਅਸੀਂ ਹੁਣ ਦਿੱਲੀ ਨੂੰ ਚੱਲੇ ਹਾਂ ਕੁਰਬਾਨ ਹੋਣ ਵਾਸਤੇ, ਹਿੰਦੂਆਂ ਦਾ ਤਿਲਕ ਔਰ ਜਨੇਊ ਬਚਾਉਣ ਵਾਸਤੇ, ਹਿੰਦੁਸਤਾਨ ਦੀ ਇੱਜ਼ਤ ਆਬਰੂ ਵਾਸਤੇ। ਸਾਡੇ ਜਾਣ ਤੋਂ ਬਾਅਦ ਸਾਡੇ ਸਾਹਿਬਜ਼ਾਦੇ ਨੂੰ ਗੁਰਗੱਦੀ ਦੇ ਉੱਤੇ ਬਿਰਾਜਮਾਨ ਕੀਤਾ ਜਾਵੇ ਔਰ ਸਾਡਾ ਹੀ ਰੂਪ ਜਾਣਨਾ, ਇਹ ਫਰਮਾਨ ਕਰਕੇ ਸਤਿਗੁਰਾਂ ਨੇ ਤਿਆਰੀ ਕੀਤੀ। ਉਹ ਵੀ ਦਿਨ ਆ ਗਿਆ ਜਿਸ ਦਿਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਨੂੰ ਰਵਾਨਾ ਹੋਣਾ ਹੈ। ਸਿੱਖ ਸੰਗਤਾਂ ਵਿਦਾ ਕਰਨ ਵਾਸਤੇ ਤੁਰੀਆਂ ਨੇ। ਸਤਿਗੁਰਾਂ ਦੇ ਨਾਲ 5 ਸਿੱਖ ਤੁਰੇ ਨੇ, ਜਿਨ੍ਹਾਂ ਨੇ ਨਾਲ ਜਾਣਾ ਦਿੱਲੀ ਤੀਕਰ। ਉਹਨਾਂ ਦੇ ਵਿੱਚ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਉਦੇ ਜੀ ਔਰ ਭਾਈ ਗੁਰਦਿੱਤਾ ਜੀ। 5 ਸਿੱਖ ਜਿਹੜੇ ਨੇ ਸਤਿਗੁਰਾਂ ਦੇ ਨਾਲ ਤੁਰੇ ਨੇ। ਸਿੱਖ ਸੰਗਤਾਂ ਸਤਿਗੁਰਾਂ ਨੂੰ ਵਿਦਾ ਕਰਨ ਵਾਸਤੇ ਤੁਰੀਆਂ ਨੇ। ਸਤਿਗੁਰਾਂ ਨੂੰ ਪਤਾ ਹੈ ਕਿ ਅਸੀਂ ਹੁਣ ਦਿੱਲੀ ਜਾਵਾਂਗੇ, ਹਿੰਦੁਸਤਾਨ ਦੀ ਇੱਜ਼ਤ ਆਬਰੂ ਬਚਾਉਣ ਵਾਸਤੇ, ਵਾਪਸ ਸਰੀਰਕ ਤੌਰ ਤੇ ਮੁੜ ਕੇ ਨਹੀਂ ਆਉਣਾ। ਪਤਾ ਹੈ, ਕਿਉਂਕਿ ਪਤਾ ਹੈ ਔਰੰਗਜ਼ੇਬ ਇੰਨਾ ਜ਼ਾਲਮ ਬੰਦਾ ਹੈ ਜਿਸ ਨੇ ਆਪਣੇ ਭਰਾਵਾਂ ਨੂੰ, ਮਾਂ ਜਾਏ ਭਰਾਵਾਂ ਨੂੰ ਨਹੀਂ ਬਖਸ਼ਿਆ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਆਪਣੇ ਬਾਪ ਦਾ ਸਕਾ ਨਹੀਂ ਬਣਿਆ, ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਤੇ ਜਦੋਂ ਅਸੀਂ ਉਹਨੂੰ ਇਸਲਾਮ ਧਰਮ ਵਿੱਚ ਲੋਕਾਂ ਨੂੰ ਲਿਆਉਣ ਦੇ ਵਿੱਚ ਅੜਚਨ ਬਣੇ ਆ, ਸਾਡਾ ਲਿਹਾਜ਼ ਨਹੀਂ ਕਰੇਗਾ, ਸਾਨੂੰ ਵੀ ਉਹ ਮੌਤ ਦੇ ਘਾਟ ਜ਼ਰੂਰ ਉਤਾਰੇਗਾ। ਅਸੀਂ ਸਰੀਰਕ ਤੌਰ ਤੇ ਵਾਪਸ ਨਹੀਂ ਆਉਣਾ। ਸਤਿਗੁਰਾਂ ਨੂੰ ਸਿੱਖ ਸੰਗਤਾਂ ਭਰੇ ਹੋਏ ਮਨ ਦੇ ਨਾਲ ਵਿਦਾ ਕਰਨ ਵਾਸਤੇ ਚੱਲੀਆਂ ਨੇ। ਔਰ ਉਹਨਾਂ ਦੇ ਵਿੱਚ ਸਤਿਗੁਰਾਂ ਦੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਮਾਤਾ ਗੁਜਰੀ ਜੀ, ਸਤਿਗੁਰਾਂ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਮਾ ਜੀ ਕਿਰਪਾਲ ਚੰਦ ਜੀ, ਔਰ ਸਤਿਗੁਰਾਂ ਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਬੇਬੇ ਨਾਨਕੀ ਜੀ, ਉਹ ਵੀ ਵਿਦਾ ਕਰਨ ਵਾਸਤੇ ਆਏ ਨੇ। ਸਤਿਗੁਰਾਂ ਨੇ ਬੇਬੇ ਨਾਨਕੀ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਮਾਂ ਨੇ ਬੜੇ ਪਿਆਰ ਦੇ ਨਾਲ ਮੱਥਾ ਚੁੰਮਿਆ ਔਰ ਘੁੱਟ ਕੇ ਕਲੇਜੇ ਦੇ ਨਾਲ ਲਾਇਆ ਔਰ ਤੋਰਨ ਲੱਗਿਆਂ ਕਿਹਾ, ਐ ਮੇਰੇ ਲਾਲ, ਐ ਤੇਗ ਦੇ ਧਨੀ ਤੇਗ ਬਹਾਦਰ, ਚੱਲਿਓ ਹਿੰਦੁਸਤਾਨ ਦੀ ਇੱਜ਼ਤ ਆਬਰੂ ਦੀ ਰਾਖੀ ਦੇ ਵਾਸਤੇ ਕੁਰਬਾਨ ਤੇ ਹੋ ਜਾਣਾ, ਪਰ ਸੀ ਨਾ ਉਚਾਰਨੀ। ਇਧਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਗੁਜਰੀ ਜੀ ਦੇ ਸਾਹਮਣੇ ਆਏ। ਮਾਤਾ ਗੁਜਰੀ ਜੀ ਨੇ ਚਰਨਾਂ ਤੇ ਮੱਥਾ ਟੇਕਿਆ। ਸਤਿਗੁਰਾਂ ਦੇ ਹੱਥ ਜੋੜ ਕੇ ਖੜੀ ਹੋਈ ਹੈ ਮਾਤਾ ਗੁਜਰੀ ਜੀ, ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਆਪ ਚੱਲਿਓ ਹਿੰਦੁਸਤਾਨ ਦੀ ਰਾਖੀ ਦੇ ਵਾਸਤੇ, ਮੇਰੇ ਉੱਤੇ ਵੀ ਕਿਰਪਾ ਕਰਨੀ, ਸਮਾਂ ਬਣ ਆਵੇ, ਮੈਂ ਵੀ
ਇੱਜ਼ਤ ਦੀ ਰਾਖੀ, ਧਰਮ ਦੀ ਰਾਖੀ ਦੇ ਵਾਸਤੇ ਮੈਂ ਵੀ ਕੁਰਬਾਨ ਹੋ ਜਾਵਾਂ। ਸਤਿਗੁਰਾਂ ਨੇ ਹੁਕਮ ਕੀਤਾ ਕਿ ਭਾਈ ਇਸ ਤੋਂ ਅੱਗੇ ਕੋਈ ਨਾ ਆਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ 5 ਸਿੱਖਾਂ ਸਮੇਤ ਦਿੱਲੀ ਨੂੰ ਰਵਾਨਾ ਹੋਏ ਨੇ। ਔਰ ਇਤਿਹਾਸ ਲਿਖਦਾ ਕਿ ਪਟਿਆਲੇ ਦੀ ਧਰਤੀ 'ਤੇ ਆ ਕੇ ਸਤਿਗੁਰਾਂ ਨੇ